ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਜਮਾਤ 12ਵੀਂ ਦੇ ਲਾਜ਼ਮੀ ਪੰਜਾਬੀ ਦੇ ਸੈਕਿੰਡ ਟਰਮ ਦੇ ਨਮੂਨੇ ਦਾ ਪ੍ਰਸ਼ਨ ਪੱਤਰ ਜਿਹੜਾ ਵੀ ਹੱਲ ਕਰਾਂਗੇ। ਤਾਂ ਬੇਟਾ ਇਸ ਦੇ 10 ਪ੍ਰਸ਼ਨ ਹੋਣਗੇ। ਤਾਂ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ 2 ਅੰਕ ਦਾ ਭਾਵ ਸੁੰਦਰ ਲਿਖਾਈ ਲਈ ਰੱਖਿਆ ਗਿਆ ਹੈ। ਅਗਰ ਤੁਸੀਂ ਪੇਪਰ ਸੋਹਣਾ ਕਰਦੇ ਹੋ, ਸੁੰਦਰ ਲਿਖਾਈ 'ਚ ਕਰਦੇ ਹੋ ਤਾਂ ਤੁਹਾਨੂੰ 2 ਅੰਕ ਮਿਲਣਗੇ। ਪ੍ਰਸ਼ਨ ਪੱਤਰ ਦੇ ਕੁੱਲ 10 ਪ੍ਰਸ਼ਨ ਹੋਣਗੇ। ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹਨ। ਪ੍ਰਸ਼ਨ ਨੰਬਰ 1 ਤਾਂ ਸੁੰਦਰ ਲਿਖਾਈ ਲਈ ਹੋ ਗਿਆ। ਪ੍ਰਸ਼ਨ ਨੰਬਰ ਹੁਣ ਅਸੀਂ 2 ਤੇ ਆ ਜਾਂਦੇ ਹਾਂ। ਪ੍ਰਸ਼ਨ ਨੰਬਰ 2 ਜਿਹੜਾ ਵਾ ਬੇਟਾ ਇਹਦੇ 'ਚ ਵਸਤੂਨਿਸ਼ਟ ਪ੍ਰਸ਼ਨ ਹੋਣਗੇ, ਭਾਵ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ। ਜਿਸ ਤਰ੍ਹਾਂ ਪਹਿਲਾ ਪ੍ਰਸ਼ਨ ਹੈ ਪੰਜਾਬ ਦੇ ਲੋਕ ਨਾਚ ਪਾਠ ਦਾ ਲੇਖਕ ਕੌਣ ਹੈ? ਤਾਂ ਬੇਟਾ ਡਾਕਟਰ ਜਗੀਰ ਸਿੰਘ ਨੂਰ ਇਸ ਦਾ ਲੇਖਕ ਹੈ। ਇਸ ਤੋਂ ਅੱਗੇ ਆ ਗਿਆ ਦੂਸਰਾ ਪ੍ਰਸ਼ਨ, ਘਰ ਜਾ ਆਪਣੇ ਕਹਾਣੀ ਦੇ ਕਹਾਣੀਕਾਰ ਦਾ ਨਾਂ ਕੀ ਹੈ? ਤਾਂ ਕਹਾਣੀਕਾਰ ਦਾ ਨਾਂ ਗੁਲਜ਼ਾਰ ਸਿੰਘ ਸੰਧੂ ਹੈ। ਇਸ ਤੋਂ ਅੱਗੇ ਤੀਸਰਾ ਪ੍ਰਸ਼ਨ ਆ ਗਿਆ, ਸੰਮੀ ਮੇਰੀ ਵਨ ਡੈਸ਼ ਵਨ ਸੰਮੀਆਂ। 2 ਆਪਸ਼ਨ ਤੁਹਾਨੂੰ ਦਿੱਤੇ ਹੋਏ ਆ, ਜਿਸ ਤਰ੍ਹਾਂ ਕੋਠੇ ਤੇ ਪਰ ਕੋਠੜਾ ਤੇ ਕੋਠੜਾ। ਤਾਂ ਇਸ ਦਾ ਸਹੀ ਉੱਤਰ ਹੈਗਾ ਵੈ ਕੋਠੇ ਤੇ ਪਰ ਕੋਠੜਾ। ਇਸ ਤੋਂ ਅੱਗੇ ਚੌਥਾ ਪ੍ਰਸ਼ਨ ਆ ਗਿਆ, ਵਾਰਿਸ ਸ਼ਾਹ ਕਵਿਤਾ 1984 ਦੇ ਦੁਖਾਨ ਦਾ ਚਿਤਰਨ ਪੇਸ਼ ਕਰਦੀ ਹੈ, ਕੀ ਇਹ ਕਥਨ ਸਹੀ ਹੈ? ਬੇਟਾ ਚੌਥਾ ਤੇ 5ਵਾਂ ਪ੍ਰਸ਼ਨ ਜਿਹੜਾ ਵੈ ਉਹ ਸਹੀ ਗਲਤ ਵਾਲਾ ਵੈ। ਚੌਥਾ ਪ੍ਰਸ਼ਨ ਜਿਹੜਾ ਹੈਗਾ ਵੈ ਇਸ ਦਾ ਉੱਤਰ ਜੋ ਹੈ ਉਹ ਇਸ ਦਾ ਉੱਤਰ ਗਲਤ ਹੈ, ਕਿਉਂਕਿ ਵਾਰਿਸ ਸ਼ਾਹ ਕਵਿਤਾ ਜਿਹੜੀ ਹੈ ਇਹ 1947 ਦੇ ਦੁਖਾਨ ਦਾ ਚਿਤਰਨ ਪੇਸ਼ ਕਰਦੀ ਹੈ, ਇਸ ਕਰਕੇ ਇਹ ਗਲਤ ਹੈ। ਇਸ ਤੋਂ ਅੱਗੇ 5ਵਾਂ, ਗੀਤ ਸੁਣਨ ਉਪਰੰਤ ਲੇਖਕਾਂ ਦੇ ਮਨ ਵਿੱਚ ਭਗਤ ਸਿੰਘ ਦੀ ਮੰਗੇਤਰ ਬਾਰੇ ਖਿਆਲ ਆਉਣ ਲੱਗੇ ਸਨ, ਕੀ ਇਹ ਕਥਨ ਸਹੀ ਹੈ? ਇਹ ਕਥਨ ਬਿਲਕੁਲ ਸਹੀ ਹੈ। ਇਹ ਵਾਲਾ ਪ੍ਰਸ਼ਨ ਸਹੀ ਹੈ। ਤਾਂ ਇਸ ਤੋਂ ਅੱਗੇ ਪ੍ਰਸ਼ਨ ਨੰਬਰ 3 ਆ ਗਿਆ। ਪ੍ਰਸ਼ਨ ਨੰਬਰ 3, ਹੇਠਾਂ ਦਿੱਤੇ ਪ੍ਰਸ਼ਨਾਂ ਵਿੱਚ ਕੋਈ 2 ਪ੍ਰਸ਼ਨਾਂ ਦੇ ਉੱਤਰ ਦਿਓ। ਤਾਂ ਇਹ ਪ੍ਰਸ਼ਨ ਜਿਹੜੇ ਹੈ ਵੱਡੇ ਉੱਤਰਾਂ ਵਾਲੇ ਹੈ। ਜਿਸ ਤਰ੍ਹਾਂ ਪੰਜਾਬ ਦੀਆਂ ਬਹੁਤੀਆਂ ਲੋਕ ਕਲਾਵਾਂ ਦੀਆਂ ਸਿਰਜਕ ਇਸਤਰੀਆਂ ਰਹੀਆਂ ਹਨ ਬਾਰੇ ਖੋਲ੍ਹ ਕੇ ਚਾਨਣਾ ਪਾਓ। ਪੰਜਾਬ ਦੇ ਲੋਕ ਨਾਚ ਪਾਠ ਵਿੱਚ ਮੁੱਖ ਨਾਚਾਂ ਤੋਂ ਬਿਨਾਂ ਹੋਰ ਕਿਹੜੇ ਨਾਚਾਂ ਦਾ ਜ਼ਿਕਰ ਆਇਆ ਹੈ, ਦੱਸੋ। ਨਕਲਾਂ ਖੇਡਣ ਲਈ ਕਿਹੋ ਜਿਹੇ ਪਿੜਾਂ ਦੀ ਵਰਤੋਂ ਕੀਤੀ ਜਾਂਦੀ ਹੈ? ਪੰਜਾਬੀ ਸੱਭਿਆਚਾਰਿਕ ਪਰਿਵਰਤਨ ਪਾਠ ਦੇ ਆਧਾਰ 'ਤੇ ਦੱਸੋ ਕਿ ਸਾਨੂੰ ਚੇਤਨ ਪੱਧਰ 'ਤੇ ਕਿਹੜੀਆਂ ਨਵੀਆਂ ਸਿਹਤਮੰਦ ਪਰੰਪਰਾਵਾਂ ਵਿਕਸਿਤ ਕਰਨ ਦੀ ਲੋੜ ਹੈ, ਅਤੇ ਪੰਜਾਬੀ ਨਕਲਾਂ ਤੋਂ ਕੀ ਭਾਵ ਹੈ? ਬੇਟਾ ਇਹ 5 ਪ੍ਰਸ਼ਨ ਹੈ, ਇਹਨਾਂ 'ਚੋਂ ਤੁਸੀਂ ਸਿਰਫ 2 ਹੀ ਕਰਨੇ ਹੈ ਅਤੇ 3 ਅੰਕ ਦਾ ਪ੍ਰਸ਼ਨ ਹੋਏਗਾ, ਇਸ ਕਰਕੇ 6 ਨੰਬਰ ਦੇ ਹੈ। ਇਸ ਤੋਂ ਅੱਗੇ ਹੁਣ ਸਾਡਾ ਪ੍ਰਸ਼ਨ ਨੰਬਰ 4 ਆ ਗਿਆ। ਪ੍ਰਸ਼ਨ ਨੰਬਰ 4, ਤੁਸੀਂ ਵੇਰਕਾ ਮਿਲਕ ਪਲਾਂਟ ਦੇ ਉਤਪਾਦ ਵੇਚਣ ਦਾ ਕਾਰੋਬਾਰ ਆਪਣੇ ਇਲਾਕੇ ਵਿੱਚ ਕਰਨਾ ਚਾਹੁੰਦੇ ਹੋ। ਇਸ ਬਾਰੇ ਵੇਰਕਾ ਦੇ ਵੱਖ-ਵੱਖ ਉਤਪਾਦਾਂ ਆਦਿ ਦੀ ਜਾਣਕਾਰੀ ਲੈਣ ਹਿੱਤ ਨੇੜਲੇ ਵੇਰਕਾ ਮਿਲਕ ਪਲਾਂਟ ਦੇ ਮੈਨੇਜਰ ਨੂੰ ਪੱਤਰ ਲਿਖੋ। ਜਾਂ ਤੁਸੀਂ ਮੱਛੀ ਪਾਲਣ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ, ਆਪਣੇ ਜ਼ਿਲ੍ਹੇ ਦੇ ਮੱਛੀ ਪਾਲਣ ਅਫਸਰ ਨੂੰ ਆਪਣੀ ਯੋਗਤਾ ਦੱਸਦੇ ਹੋਏ ਸਰਕਾਰ ਵੱਲੋਂ ਮਿਲਦੀ ਸਬਸਿਡੀ ਅਤੇ ਹੋਰ ਸਹੂਲਤਾਂ ਬਾਰੇ ਪੱਤਰ ਰਾਹੀਂ ਜਾਣਕਾਰੀ ਦੀ ਮੰਗ ਕਰੋ। ਬੇਟਾ ਜਦੋਂ ਤੁਸੀਂ ਸ਼ੁਰੂ ਕਰਨਾ ਪੱਤਰ ਤਾਂ 1 ਨੰਬਰ, 3 ਨੰਬਰ ਵਿਸ਼ੇ ਦੇ ਹੋਣਗੇ ਤਾਂ 1 ਨੰਬਰ ਜੋ ਤੁਸੀਂ ਪੱਤਰ ਖਤਮ ਕਰ ਰਹੇ ਹੋ, ਤਾਂ ਇਸ ਤਰ੍ਹਾਂ ਕੁੱਲ ਅੰਕ ਜਿਹੜੇ ਆ 5 ਹੋਣਗੇ। ਇਸ ਤੋਂ ਅੱਗੇ ਸਾਡਾ ਪ੍ਰਸ਼ਨ ਨੰਬਰ 5 ਆ ਗਿਆ, ਹੇਠਾਂ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁਕਵਾਂ ਸਿਰਲੇਖ ਵੀ ਲਿਖੋ। ਪੈਰੇ ਨੂੰ ਪੜ੍ਹ ਲੈਣਾ ਹੈ। ਜਿਸ ਤਰ੍ਹਾਂ ਪੰਜਾਬੀ ਜਨ ਜੀਵਨ ਵੱਖ-ਵੱਖ ਰਸਮਾਂ ਰਿਵਾਜਾਂ ਨਾਲ ਓਤ-ਪੋਤ ਹੈ। ਹਰੇਕ ਕਬੀਲੇ, ਜਾਤ ਅਤੇ ਧਰਮ ਦੇ ਲੋਕਾਂ ਦੇ ਆਪਣੇ ਰਿਵਾਜ ਹਨ, ਜਿਹੜੇ ਥੋੜ੍ਹੇ ਬਹੁਤੇ ਫਰਕ ਨਾਲ ਲਗਭਗ ਹਰ ਥਾਂ 'ਤੇ ਨਿਭਾਏ ਜਾਂਦੇ ਹਨ। ਅੱਜ ਦੇ ਤਕਨਾਲੋਜੀ ਯੁੱਗ ਵਿੱਚ ਪ੍ਰਸਥਿਤੀਆਂ ਦੇ ਬਦਲਣ ਅਤੇ ਲੋਕਾਂ ਦੀ ਸੋਚ ਦ੍ਰਿਸ਼ਟੀ ਵਿੱਚ ਪਰਿਵਰਤਨ ਆਉਣ ਨਾਲ ਭਾਵੇਂ ਇਹਨਾਂ ਸਾਰੀਆਂ ਰਸਮਾਂ ਦੀ ਇਨ-ਬਿਨ ਪਾਲਣਾ ਨਹੀਂ ਕੀਤੀ ਜਾਂਦੀ, ਪਰੰਤੂ ਫਿਰ ਵੀ ਅਸੀਂ ਵੇਖਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਵਿੱਚ ਥੋੜ੍ਹੇ ਬਹੁਤ ਫਰਕ ਨਾਲ ਇਹ ਰਸਮ ਰਿਵਾਜ ਅੱਜ ਵੀ ਨਿਭਾਏ ਜਾ ਰਹੇ ਹਨ।
ਅਤੇ ਨਿਭਾਏ ਜਾਂਦੇ ਰਹਿਣਗੇ। ਲੋੜ ਹੈ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਦੀ ਅਤੇ ਇਹਨਾਂ ਦੇ ਵਿਗਿਆਨਿਕ ਮਹੱਤਵ ਨੂੰ ਦ੍ਰਿੜ ਕਰਵਾਉਣ ਦੀ। ਸਮੁੱਚੇ ਤੌਰ 'ਤੇ ਇਹ ਸਾਰੇ ਰਸਮ ਰਿਵਾਜ ਮਨੁੱਖ ਨੂੰ ਮਨੁੱਖ ਨਾਲ, ਰਿਸ਼ਤੇਦਾਰਾਂ ਨਾਲ ਅਤੇ ਭਾਈਚਾਰੇ ਨੂੰ ਭਾਈਚਾਰੇ ਨਾਲ ਜੋੜਦੇ ਹਨ। ਤਾਂ ਦੇਖਿਆ ਅਸੀਂ ਬੇਟਾ ਇਹ ਪੈਰਾ ਪੜ੍ਹਿਆ, ਤਾਂ ਪੈਰੇ ਦੇ ਵਿੱਚ ਰਸਮ ਰਿਵਾਜਾਂ ਬਾਰੇ ਗੱਲ ਕੀਤੀ ਗਈ ਹੈ। ਤਾਂ ਇਹਦਾ ਸਿਰਲੇਖ ਰਸਮ ਰਿਵਾਜਾਂ ਦੀ ਮਹੱਤਤਾ ਹੈ। ਤਾਂ ਫਿਰ ਇਸ ਤੋਂ ਬਾਅਦ ਅਸੀਂ ਸੰਖੇਪ ਰਚਨਾ ਕਰਾਂਗੇ। ਇਸ ਦੇ ਕੁੱਲ 133 ਸ਼ਬਦ ਹੈ। ਤਾਂ ਬੇਟਾ ਅਸੀਂ ਇਸ ਦਾ 1/3 ਕਰ ਲੈਣਾ, ਇਸ ਦਾ ਤੀਸਰਾ ਹਿੱਸਾ ਕਰ ਲੈਣਾ ਵੈ। ਤਾਂ ਇਹਦੇ ਵਿੱਚ ਅਸੀਂ ਮੇਨ ਗੱਲਾਂ ਲਿਖਾਂਗੇ, ਫਾਲਤੂ ਗੱਲਾਂ ਛੱਡ ਦਾਂਗੇ। ਜੇਕਰ ਅਸੀਂ ਵੇਖਦੇ ਹਾਂ ਕਿ ਇਸ ਦੀਆਂ ਕੁੱਲ 10 ਲਾਈਨਾਂ ਬਣਦੀਆਂ, ਤਾਂ ਅਸੀਂ ਸੰਖੇਪ ਰਚਨਾ ਕਰਨ ਲੱਗਿਆਂ ਸਿਰਫ 3 ਲਾਈਨਾਂ ਹੀ ਲਵਾਂਗੇ, 3 ਜਾਂ 3.5, ਇਸ ਤੋਂ ਵੱਧ ਨਹੀਂ। ਸੰਖੇਪ ਕਰਕੇ ਲਿਖੋਗੇ ਤਾਂ ਤੁਹਾਨੂੰ ਇਸ ਦੇ ਅੰਕ ਮਿਲਣਗੇ, ਵਿਸਥਾਰ ਵਿੱਚ ਇਹਨੂੰ ਨਹੀਂ ਕਰਨਾ। 1 ਅੰਕ ਸਿਰਲੇਖ ਦਾ ਅਤੇ 3 ਅੰਕ ਤੁਹਾਨੂੰ ਸੰਖੇਪ ਰਚਨਾ ਦੇ ਮਿਲਣਗੇ। ਇਸ ਤਰ੍ਹਾਂ ਹੁਣ ਸਾਡਾ ਅਗਲਾ ਪ੍ਰਸ਼ਨ ਆ ਗਿਆ, ਪ੍ਰਸ਼ਨ ਨੰਬਰ 6। ਪ੍ਰਸ਼ਨ ਨੰਬਰ 6, ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸੇ ਇੱਕ ਸ਼ਬਦ ਸਮੂਹ ਨੂੰ ਸ਼ਬਦ ਕੋਸ਼ ਤਰਤੀਬ ਅਨੁਸਾਰ ਲਿਖੋ। ਸਾਨੂੰ ਜੇਕਰ ਪੰਜਾਬੀ ਵਰਨਮਾਲਾ ਆਉਂਦੀ ਹੈ ਤਾਂ ਪੰਜਾਬੀ ਵਰਨਮਾਲਾ ਦੇ ਅਨੁਸਾਰ ਅਸੀਂ ਇਹਨਾਂ ਨੂੰ ਤਰਤੀਬ 'ਚ ਲਗਾਵਾਂਗੇ। ਜਿਸ ਤਰ੍ਹਾਂ ਪਹਿਲਾਂ ਵਰਨਮਾਲਾ ਦੇ ਅੱਖਰ ਆ ਜਾਂਦੇ ਆ, ਫਿਰ ਲਗਾ ਮਾਤਰਾ ਅਤੇ ਫਿਰ ਲਗਾਖਰ ਆ ਜਾਂਦੇ ਆ। ਹੁਣ ਜਿਹੜਾ ਪਹਿਲਾ ਪ੍ਰਸ਼ਨ ਹੈ ਇਹ 2 ਦਿੱਤੇ ਹੈ, ਇਹਨਾਂ 'ਚੋਂ ਤੁਸੀਂ ਇੱਕ ਕਰਨਾ ਹੈ। ਜਿਹੜਾ ਪਹਿਲਾ ਪ੍ਰਸ਼ਨ ਹੈ, ਜਿਸ ਤਰ੍ਹਾਂ ਰਾਜ ਮਹਿਲ, ਰਫੂਗਰ, ਰਜਵਾੜਾ, ਰਿਸ਼ਵਤ, ਰਸਤਾ, ਰਚਨਾ। ਤਾਂ ਬੇਟਾ ਅਸੀਂ ਇੱਥੇ ਦੇਖਾਂਗੇ ਪਹਿਲਾ ਜਿਹੜਾ ਅੱਖਰ ਅਸੀਂ ਮੁਕਤਾ 'ਚ ਲਵਾਂਗੇ। ਮੁਕਤਾ ਭਾਵ ਜਿਹਨੂੰ ਕੋਈ ਲਗ ਮਾਤਰਾ ਨਹੀਂ ਲੱਗਦੀ। ਤਾਂ ਇਸ ਤਰ੍ਹਾਂ ਹੁਣ ਸਾਰੇ ਅੱਖਰ ਰਾਰੇ 'ਤੇ ਹੈ ਅਤੇ ਇਹਦੇ ਵਿੱਚੋਂ ਕਾਫੀ ਮੁਕਤਾ ਵਾਲੇ ਹੈ। ਫਿਰ ਅਸੀਂ ਦੂਸਰਾ ਅੱਖਰ ਵੇਖਦੇ ਹਾਂ, ਜਿਸ ਤਰ੍ਹਾਂ ਰਸਤਾ। ਸਭ ਤੋਂ ਪਹਿਲਾਂ ਆਏਗਾ ਸਾਡਾ ਰਸਤਾ, ਕਿਉਂਕਿ ਸੱਸਾ ਪਹਿਲਾਂ ਆਉਂਦਾ ਹੈ। ਨੰਬਰ 2 'ਤੇ ਰਚਨਾ, ਨੰਬਰ 3 'ਤੇ ਰਜਵਾੜਾ, ਨੰਬਰ 4 'ਤੇ ਰਫੂਗਰ, ਨੰਬਰ 5 'ਤੇ ਰਾਜ ਮਹਿਲ ਅਤੇ ਨੰਬਰ 6 'ਤੇ ਰਿਸ਼ਵਤ। ਠੀਕ ਹੈ, ਇਸ ਤਰ੍ਹਾਂ ਅਸੀਂ ਇਹਨਾਂ ਨੂੰ ਤਰਤੀਬ 'ਚ ਲਗਾਵਾਂਗੇ, ਕਿਉਂਕਿ ਪਹਿਲੇ ਜਿਹੜੇ 4 ਅੱਖਰ ਹੈ ਉਹ ਸਾਰੇ ਮੁਕਤਾ ਵਾਲੇ ਹਨ। ਇਹ ਸਾਡਾ ਪਹਿਲਾ ਹੋ ਗਿਆ। ਤਾਂ ਹੁਣ ਅਸੀਂ ਦੂਸਰਾ ਜਿਹੜਾ ਵੈ, ਜਿਸ ਤਰ੍ਹਾਂ ਗੁੜਤੀ, ਕੰਗਣਾ, ਜੰਗਲ, ਕਿਰਿਆ, ਦਸਤਕਾਰ, ਨਕੇਲ, ਹੁਣ ਇਹਨਾਂ ਨੂੰ ਅਸੀਂ ਕਰਾਂਗੇ। ਤਾਂ ਪਹਿਲਾਂ ਸਾਡਾ ਆਏਗਾ ਕੰਗਣਾ, ਨੰਬਰ 2 'ਤੇ ਕਿਰਿਆ, ਨੰਬਰ 3 'ਤੇ ਗੁੜਤੀ, ਨੰਬਰ 4 'ਤੇ ਜੰਗਲ, ਨੰਬਰ 5 'ਤੇ ਦਸਤਕਾਰ ਅਤੇ ਨੰਬਰ 6 'ਤੇ ਨਕੇਲ। ਠੀਕ ਹੈ, ਹੁਣ ਸਾਡਾ ਅਗਲਾ ਪ੍ਰਸ਼ਨ ਆ ਗਿਆ, ਪ੍ਰਸ਼ਨ ਨੰਬਰ 7। ਹੇਠਾਂ ਲਿਖੇ ਵਾਕਾਂ ਵਿੱਚੋਂ ਕਿਸੇ 3 ਵਾਕਾਂ ਦਾ ਬ੍ਰੈਕਟ ਵੀ ਦਿੱਤੇ ਨਿਰਦੇਸ਼ ਅਨੁਸਾਰ ਵਟਾਂਦਰਾ ਕਰੋ। ਜਿਸ ਤਰ੍ਹਾਂ ਪਹਿਲਾ ਹੈ ਮਿਹਨਤ ਸਫਲ ਹੋਈ। ਹੁਣ ਅਸੀਂ ਇਹਨੂੰ ਨਾਂ 'ਚ ਲਿਖਣਾ, ਪਰ ਨਾਂ 'ਚ ਲਿਖਣਾ ਅਤੇ ਇਹਦੇ ਅਰਥ ਨਹੀਂ ਬਦਲਣੇ ਚਾਹੀਦੇ। ਮਿਹਨਤ ਸਫਲ ਨਹੀਂ ਹੋਈ ਇਹ ਨਹੀਂ ਅਸੀਂ ਲਿਖਣਾ, ਇਹਦੇ ਅਰਥ ਨਹੀਂ ਬਦਲਣੇ ਚਾਹੀਦੇ। ਮਿਹਨਤ ਸਫਲ ਹੋਈ ਤਾਂ ਅਸੀਂ ਲਿਖਾਂਗੇ ਮਿਹਨਤ ਵਿਅਰਥ ਨਹੀਂ ਗਈ, ਮਿਹਨਤ ਵਿਅਰਥ ਨਹੀਂ ਗਈ। ਉਸ ਤੋਂ ਅੱਗੇ ਆ ਗਿਆ ਤੁਹਾਡੀ ਸਿਆਣਪ ਨੂੰ ਸਭ ਜਾਣਦੇ ਹਨ। ਤਾਂ ਇਸ ਨੂੰ ਅਸੀਂ ਹੁਣ ਪ੍ਰਸ਼ਨ ਵਿੱਚ ਲਿਖਣਾ ਹੈ, ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ। ਲਿਖ ਕੇ ਪਿੱਛੇ ਅਸੀਂ ਪ੍ਰਸ਼ਨ ਚਿੰਨ੍ਹ ਲਗਾਵਾਂਗੇ, ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ। ਨੰਬਰ 3, ਮੈਂ ਰੋਟੀ ਖਾ ਰਿਹਾ ਹਾਂ। ਕਰਮਨੀ ਵਾਚ, ਕਰਮ ਨੂੰ ਅਸੀਂ ਪਹਿਲਾਂ ਲੈ ਕੇ ਆਵਾਂਗੇ, ਰੋਟੀ ਮੇਰੇ ਦੁਆਰਾ ਖਾਧੀ ਜਾ ਰਹੀ ਹੈ। ਉਸ ਤੋਂ ਅੱਗੇ ਆ ਗਿਆ ਨੰਬਰ 4, ਉਹ ਨਸ਼ਿਆਂ ਵਿੱਚ ਪੈ ਕੇ ਕੰਗਾਲ ਹੋ ਗਿਆ। ਹੁਣ ਅਸੀਂ ਇਸ ਨੂੰ ਸੰਯੁਕਤ ਵਾਕ ਬਣਾਉਣਾ ਹੈ, ਤਾਂ ਅਸੀਂ ਲਿਖਾਂਗੇ ਉਹ ਇਸ ਕਰਕੇ ਕੰਗਾਲ ਹੋ ਗਿਆ ਕਿਉਂਕਿ ਉਹ ਨਸ਼ਿਆਂ ਵਿੱਚ ਪੈ ਗਿਆ ਸੀ। ਉਸ ਤੋਂ ਅਗਲਾ ਕੁਐਸਚਨ ਹੈ ਅਗਲਾ ਪ੍ਰਸ਼ਨ ਹੈ ਜਿਹੜਾ ਬਿਮਾਰ ਹੋਣ ਕਾਰਨ ਉਹ ਤੁਹਾਡੇ ਕੰਮ ਨਹੀਂ ਕਰ ਸਕਦਾ। ਇਸ ਵਾਕ ਨੂੰ ਅਸੀਂ ਮਿਸ਼ਰਿਤ ਵਾਕ ਬਣਾਉਣਾ, ਬਿਮਾਰ ਹੋਣ ਕਾਰਨ ਉਹ ਤੁਹਾਡੇ ਕੰਮ ਨਹੀਂ ਕਰ ਸਕਦਾ। ਉਹ ਤੁਹਾਡਾ ਕੰਮ ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਉਹ ਬਿਮਾਰ ਹੈ।
ਜਾਂ ਉਹ ਤੁਹਾਡਾ ਕੰਮ ਨਹੀਂ ਕਰ ਸਕਦਾ ਕਿਉਂਕਿ ਉਹ ਬਿਮਾਰ ਹੈ। ਇਸ ਤੋਂ ਅੱਗੇ ਬੇਟਾ ਅਗਲਾ ਪ੍ਰਸ਼ਨ ਆ ਗਿਆ, ਮੇਰੀ ਇੱਛਾ ਕਿ ਮੈਂ ਅਮੀਰ ਹੋਵਾਂ, ਵਿਸਮੇਵਾਚਕ ਵਾਕ ਬਣਾਉਣਾ ਹੈ। ਤਾਂ ਇਸ ਨੂੰ ਅਸੀਂ ਇਸ ਤਰ੍ਹਾਂ ਬਣਾਵਾਂਗੇ, ਜਿਸ ਤਰ੍ਹਾਂ ਮੇਰੀ ਇੱਛਾ ਕਿ ਮੈਂ ਅਮੀਰ ਹੋਵਾਂ, ਕਾਸ਼, ਫਿਰ ਵਿਸਮਿਕ ਲਗਾ ਕੇ ਕਾਸ਼ ਮੈਂ ਅਮੀਰ ਹੁੰਦਾ। ਕਾਸ਼ ਤੋਂ ਬਾਅਦ ਵਿਸਮਿਕ ਦਾ ਨਿਸ਼ਾਨ ਲਗਾਉਣਾ ਹੈ, ਡੰਡੀ ਪਾ ਕੇ ਨੀਚੇ ਬਿੰਦੀ, ਕਾਸ਼ ਮੈਂ ਅਮੀਰ ਹੁੰਦਾ। ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਪ੍ਰਸ਼ਨ ਨੰਬਰ 8। ਹੁਣ ਅਖਾਣ ਬਣਾਉਣੇ ਹੈ। ਅਖਾਣ ਜਿਹੜੇ ਹੈ ਉਹ ਤੁਹਾਨੂੰ ਆਉਣਗੇ 5 ਅਤੇ ਉਹਨਾਂ 'ਚੋਂ ਤੁਸੀਂ 2 ਨੂੰ ਵਾਕਾਂ 'ਚ ਵਰਤਣਾ ਹੈ। ਜਿਸ ਤਰ੍ਹਾਂ ਇਹ 2-2 ਅੰਕਾਂ ਦੇ ਆ ਅਤੇ 4 ਅੰਕਾਂ ਦੇ ਹੋਣਗੇ। ਜਿਵੇਂ ਛੱਜ ਤਾਂ ਬੋਲੇ, ਛਾਨੀ ਕਿਉਂ ਬੋਲੇ। ਭਾਵ ਇੱਕ ਔਗਣੀ ਵਿਅਕਤੀ ਦੂਸਰੇ ਵਿਅਕਤੀ ਦੇ ਔਗਣ ਕੱਢੇ। ਜਿਹਦੇ 'ਚ ਆਪਦੇ 'ਚ ਔਗਣ ਉਹਨੂੰ ਦੂਜੇ ਦੇ ਜਦੋਂ ਔਗਣ ਕੱਢਦਾ ਤਾਂ ਉਸ ਵੇਲੇ ਅਖਾਣ ਵਰਤਿਆ ਜਾਂਦਾ, ਛੱਜ ਤਾਂ ਬੋਲੇ, ਛਾਨੀ ਕਿਉਂ ਬੋਲੇ। ਫਿਰ ਤੁਸੀਂ ਇਸ ਦਾ ਵਾਕ ਬਣਾ ਲੈਣਾ, ਜਾਂਦੇ ਚੋਰ ਦੀ ਲੰਗੋਟੀ ਹੀ ਸਹੀ। ਭਾਵ ਜ਼ਿਆਦਾ ਨੁਕਸਾਨ ਵਿੱਚ ਥੋੜ੍ਹਾ ਲਾਭ ਹੋਣਾ, ਜਾਂ ਜਦੋਂ ਜ਼ਿਆਦਾ ਨੁਕਸਾਨ ਹੁੰਦਾ ਹੋਵੇ ਤਾਂ ਉਸ ਵੇਲੇ ਥੋੜ੍ਹੀ ਬਹੁਤ ਰਾਹਤ ਮਿਲ ਜਾਣੀ। ਭੱਜਦਿਆਂ ਨੂੰ ਵਾਹਨ ਇੱਕੋ ਜਿਹੇ। ਭੱਜਦਿਆਂ ਨੂੰ ਵਾਹਨ ਇੱਕੋ ਜਿਹੇ ਦਾ ਅਰਥ ਹੈ ਦੋਹਾਂ ਧਿਰਾਂ ਦੇ ਵੈਰ 'ਚ ਦੋਨਾਂ ਨੂੰ ਇੱਕੋ ਜਿਹੀਆਂ ਔਕੜਾਂ ਝੱਲਣੀਆਂ ਪੈਂਦੀਆਂ ਹਨ। ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ। ਭਾਵ ਜਿਹੜਾ ਕੰਮ ਹੈ ਉਹਨੂੰ ਸਮੇਂ ਸਿਰ ਕਰ ਲੈਣਾ ਚਾਹੀਦਾ। ਸਮਾਂ ਨਿਕਲਣ ਪਿੱਛੋਂ ਉਸ ਕੰਮ ਦੀ ਕੋਈ ਵੈਲਿਊ, ਕੋਈ ਉਹਦਾ ਫਾਇਦਾ ਨਹੀਂ ਰਹਿ ਜਾਂਦਾ। ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਜਿਸ ਤਰ੍ਹਾਂ ਆਪਾਂ ਕਹਿੰਦੇ ਘਰ ਦੀ ਮੁਰਗੀ ਦਾਲ ਬਰਾਬਰ, ਜਾਂ ਘਰ ਦੇ ਵਿੱਚ ਕੋਈ ਸਿਆਣਾ ਵਿਅਕਤੀ ਹੋਵੇ ਅਤੇ ਉਸ ਦੀ ਕਦਰ ਨਾ ਹੋਵੇ ਤਾਂ ਉਸ ਵੇਲੇ ਇਹ ਅਖਾਣ ਵਰਤਿਆ ਜਾਂਦਾ ਹੈ, ਘਰ ਦਾ ਜੋਗੀ ਜੋਗੜਾ ਅਤੇ ਬਾਹਰ ਦਾ ਜੋਗੀ ਸਿੱਧ। ਇਹਨਾਂ ਦੇ ਤੁਹਾਨੂੰ ਅਰਥ ਦੱਸ ਦਿੱਤੇ ਗਏ ਅਤੇ ਇਹਨਾਂ ਨੂੰ ਤੁਸੀਂ ਵਾਕਾਂ 'ਚ ਵਰਤੋਂ ਜਿਹੜੀ ਉਹ ਕਰਨੀ ਹੈ। 4 ਨੰਬਰ ਦੇ ਹੋਣਗੇ, 2 ਦੀ ਕਰਨੀ ਹੈ ਅਤੇ 2-2 ਨੰਬਰ ਦੇ, 4 ਨੰਬਰ ਦੇ ਹੈ। ਉਸ ਤੋਂ ਬਾਅਦ ਪ੍ਰਸ਼ਨ ਨੰਬਰ ਆ ਗਿਆ ਆਪਣਾ 9। ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ। 3 ਕੇਂਦਰੀ ਭਾਵ ਆਏ ਹੈ ਤੁਹਾਡੇ ਸਿਲੇਬਸ ਵਿੱਚ। 3 ਕੇਂਦਰੀ ਭਾਵ ਹੈਗੇ ਆ ਬੇਟਾ। 3 ਕਵਿਤਾਵਾਂ ਹੈ, 4 ਕਵਿਤਾਵਾਂ ਹੈ। ਵਾਰਿਸ ਸ਼ਾਹ ਮੇਰਾ ਬਚਪਨ ਗੀਤ, ਮਤਲਬ 3 ਆਈਆਂ ਤੁਹਾਨੂੰ ਕਵਿਤਾਵਾਂ ਜਿਹੜੀਆਂ, ਵਾਰਿਸ ਸ਼ਾਹ ਮੇਰਾ ਬਚਪਨ ਗੀਤ। ਇਹਨਾਂ ਵਿੱਚੋਂ ਤੁਸੀਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖਣਾ ਹੈ ਅਤੇ ਇਹ ਕੇਂਦਰੀ ਭਾਵ ਜਿਹੜਾ ਵੈ ਇਹ ਹੋਏਗਾ 3 ਅੰਕ ਦਾ। ਜਿਸ ਤਰ੍ਹਾਂ ਵਾਰਿਸ ਸ਼ਾਹ ਕਵਿਤਾ ਹੈਗੀ ਹੈ ਤਾਂ ਉਹਦਾ ਕੇਂਦਰੀ ਭਾਵ ਤੁਹਾਨੂੰ ਦੱਸ ਦਿੰਦੇ ਆ ਕਿਸ ਤਰ੍ਹਾਂ ਕੀਤਾ ਗਿਆ ਵੈ, ਤਾਂ ਕਿ ਤੁਸੀਂ ਦੂਸਰੇ ਕੇਂਦਰੀ ਭਾਵ ਜਿਹੜੇ ਆ ਕਰ ਸਕੋ। ਕੇਂਦਰੀ ਭਾਵ 'ਚ ਇਹ ਹੁੰਦਾ ਕਿ ਅਸੀਂ ਸੰਖੇਪ 'ਚ ਜੋ ਕਵਿਤਾ ਵਿੱਚ ਕਿਹਾ ਗਿਆ ਉਸ ਨੂੰ ਸੰਖੇਪ ਵਿੱਚ ਦੱਸਣਾ, ਮਤਲਬ ਉਹਦੀ ਵਿਆਖਿਆ ਨਹੀਂ ਕਰਨੀ, ਵਿਸਥਾਰ 'ਚ ਨਹੀਂ ਦੱਸਣਾ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਹੈ ਵਾਰਿਸ ਸ਼ਾਹ। ਤਾਂ ਇਸ ਦਾ ਕੇਂਦਰੀ ਭਾਵ ਇਸ ਤਰ੍ਹਾਂ ਹੈ, 1947 ਦੇ ਫਿਰਕੂ ਫਸਾਦਾਂ ਨੇ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਰਕੇ ਇੱਥੋਂ ਪ੍ਰੇਮ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ, ਪੰਜਾਬੀ ਸੱਭਿਆਚਾਰ ਰੁਲ ਗਿਆ ਅਤੇ ਪੰਜਾਬੀ ਨੌਜਵਾਨ ਪ੍ਰੀਤ ਭੁੱਲ ਕੇ ਇਸਤਰੀਆਂ ਉੱਪਰ ਜ਼ੁਲਮ ਢਾਉਣ ਲੱਗ ਪਿਆ। ਹੁਣ ਆ ਗਿਆ ਆਪਣਾ ਪ੍ਰਸ਼ਨ ਨੰਬਰ 10। ਕਿਸੇ ਇੱਕ ਕਹਾਣੀ ਦਾ ਸਾਰ ਲਿਖੋ। ਕਹਾਣੀ ਦਾ ਸਾਰ 3 ਕਹਾਣੀਆਂ, ਮਾੜਾ ਬੰਦਾ, ਘਰ ਜਾ ਆਪਣੇ, ਸਤੀਆਂ ਸਹੀ। ਇਹਨਾਂ ਵਿੱਚੋਂ ਤੁਸੀਂ ਕਿਸੇ ਇੱਕ ਕਹਾਣੀ ਦਾ ਸਾਰ ਲਿਖਣਾ ਹੈ। ਸਾਰ ਦੇ 5 ਅੰਕ ਹੋਣਗੇ। ਤਾਂ ਇਸ ਤਰ੍ਹਾਂ ਬੇਟਾ ਤੁਹਾਨੂੰ ਜਿਹੜਾ ਵੈ ਪ੍ਰੀ ਬੋਰਡ ਦਾ ਪੇਪਰ ਆਏਗਾ ਅਤੇ ਇਸੇ ਪੈਟਰਨ 'ਤੇ ਤੁਹਾਨੂੰ ਫਾਈਨਲ ਐਗਜ਼ਾਮ ਜਿਹੜੇ ਆ ਤੁਹਾਡੇ ਹੋਣਗੇ।